ਡਾਕਟਰ ਸਾਹਿਬ ਕਿਵੇਂ ਦੇਖਦੇ ਹੋ यूपी ਦੀ ਬੀਜੇਪੀ ਸਰਕਾਰ ਦੇ ਵੱਲੋਂ यूपी 'ਚ ਮਰਦਮਸ਼ੁਮਾਰੀ ਕਾਨੂੰਨ ਦਾ ਡਰਾਫਟ ਜਿਹੜਾ ਤਿਆਰ ਕੀਤਾ ਗਿਆ? ਸੁਣ ਕੇ ਬੜੀ ਹੈਰਾਨੀ ਹੋਊਗੀ। ਕਹਿੰਦੇ ਕਿ 2 ਤੋਂ ਵੱਧ ਬੱਚੇ ਹੋਏ ਤਾਂ ਸਰਕਾਰੀ ਨੌਕਰੀ ਨਹੀਂ ਹੋਵੇਗੀ, ਤੁਹਾਨੂੰ ਮਿਲਣੀ ਨਹੀਂ, ਐਲੀਜੀਬਲ ਨਹੀਂ ਹੋਗੇ, ਤੇ ਨਾਲ ਹੀ ਨਾਲ ਚੋਣ ਲੜਨ ਤੇ ਵੀ ਕਹਿੰਦੇ ਰੋਕ ਲੱਗ ਜੂਗੀ। ਕਿਵੇਂ ਦੇਖਦੇ ਹੋ ਇਹ? ਕਿਸ ਤਰੀਕੇ ਦੇ ਨਾਲ ਕਿਵੇਂ ਕਿਸੇ ਦੇ ਉੱਪਰ ਰੋਕ ਲਗਾਈ ਜਾ ਸਕਦੀ ਹੈ? ਤਾਂ ਨਾਲ ਹੀ ਨਾਲ ਫਾਇਦੇ ਵੀ ਦੱਸਦੀ ਹੈ ਇੱਕ ਵਾਰੀ। ਪਹਿਲਾਂ ਮੈਂ ਕਹਿੰਦਾ ਚਰਚਾ ਆਪਾਂ ਇਸ ਤੇ ਬਾਅਦ ਚ ਕਰਦੇ ਹਾਂ। ਪਹਿਲਾਂ ਇਹ ਦੱਸ ਦਈਏ ਕਿ ਜੇਕਰ 2 ਤੋਂ ਵੱਧ ਬੱਚੇ ਪੈਦਾ ਹੁੰਦੇ ਨੇ ਤਾਂ ਉਹਦਾ ਨੁਕਸਾਨ ਕੀ ਹੋਏਗਾ। ਉਹ ਇਹ ਗੱਲ ਕਹਿੰਦੇ ਨੇ ਕਿ 2 ਤੋਂ ਵੱਧ ਬੱਚਿਆਂ ਦੇ ਮਾਤਾ ਪਿਤਾ ਨੂੰ 77 ਸਰਕਾਰੀ ਯੋਜਨਾਵਾਂ ਤੇ ਗ੍ਰਾਂਟਾਂ ਦਾ ਲਾਭ ਨਹੀਂ ਹੋਏਗਾ। ਜਿਹੜੀਆਂ 77 ਉਹਨਾਂ ਦੀਆਂ ਉੱਥੇ ਚੱਲ ਰਹੀਆਂ ਨੇ ਯੋਜਨਾਵਾਂ ਤੇ ਗ੍ਰਾਂਟਾਂ ਦਾ ਕਹਿੰਦੇ ਲਾਭ ਨਹੀਂ ਮਿਲੂ ਜੇਕਰ 2 ਤੋਂ ਵੱਧ ਬੱਚੇ ਪੈਦਾ ਹੋਏ। ਨਾਲ ਹੀ ਨਾਲ ਉਹਨਾਂ ਨੇ ਇਹ ਗੱਲ ਕਹਿਤੀ ਕਿ ਰਾਸ਼ਨ ਕਾਰਡ ਦੇ ਵਿੱਚ 4 ਤੋਂ ਵੱਧ ਮੈਂਬਰਾਂ ਦੇ ਨਾਮ ਨਹੀਂ ਲਿਖੇ ਜਾਣਗੇ, ਯਾਨੀ ਕਿ 2 ਮਾਂ-ਬਾਪ ਤੇ 2 ਉਹਨਾਂ ਦੇ ਬੱਚੇ। ਤਾਂ ਅਗਲੀ ਗੱਲ ਉਹਨਾਂ ਨੇ ਕਹੀ ਹੈ ਕਿ 21 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਅਤੇ 18 ਸਾਲ ਤੋਂ ਵੱਧ ਉਮਰ ਦੀਆਂ ਮੁਟਿਆਰਾਂ ਤੇ ਇਹ ਕਾਨੂੰਨ ਜਿਹੜਾ ਇਹ ਐਕਟ ਲਾਗੂ ਹੋਏਗਾ, ਯਾਨੀ ਕਿ ਨਵੇਂ ਨੌਜਵਾਨ ਬੱਚਿਆਂ ਦੇ ਉੱਪਰ ਇਹ ਲਾਗੂ ਹੋਏਗਾ। ਆਬਾਦੀ ਤੇ ਜਿਹੜੀ ਪਹਿਲਾਂ ਜਿਹੜੇ ਜੋ ਕੁਝ ਚੱਲ ਰਿਹਾ ਹੈ ਉਹ ਤੇ ਕੋਈ ਲਾਗੂ ਨਹੀਂ ਹੋਏਗਾ, ਜਿਹੜੇ ਹੁਣ ਅੱਗੇ ਤੋਂ ਜਿਹੜੇ ਲਾਗੂ ਹੋਣਗੇ ਉਹਨਾਂ ਤੇ ਹੀ ਹੋਏਗਾ। ਆਬਾਦੀ ਤੇ ਕੰਟਰੋਲ ਨਾਲ ਸੰਬੰਧਿਤ ਸਿਲੇਬਸ ਸਕੂਲਾਂ 'ਚ ਪੜ੍ਹਾਏ ਜਾਣ ਦਾ ਸੁਝਾਅ ਵੀ ਦਿੱਤਾ ਗਿਆ। ਕਾਨੂੰਨ ਲਾਗੂ ਹੋਣ ਪਿੱਛੋਂ ਜੇ ਕਿਸੇ ਔਰਤ ਨੂੰ ਦੂਜੀ ਪ੍ਰੈਗਨੈਂਸੀ ਦੇ ਦੌਰਾਨ ਜੁੜਵਾ ਬੱਚੇ ਪੈਦਾ ਹੁੰਦੇ ਨੇ ਤਾਂ ਇਹ ਕਾਨੂੰਨ ਉੱਤੇ ਲਾਗੂ ਨਹੀਂ ਹੋਵੇਗਾ। ਯਾਨੀ ਕਿ ਉਹਨਾਂ ਨੇ ਕਹਿਤਾ ਕਿ ਜੇਕਰ ਕਿਸੇ ਦੇ ਪਹਿਲਾਂ ਇੱਕ ਬੱਚਾ ਤਾਂ ਦੁਬਾਰੇ ਡਿਲੀਵਰੀ ਦੇ ਦੌਰਾਨ ਜੇਕਰ ਉਹਨਾਂ ਦੇ 2 ਜੁੜਵੇ ਬੱਚੇ ਪੈਦਾ ਹੋ ਜਾਂਦੇ ਨੇ ਤਾਂ ਉਹਨਾਂ ਦੇ ਉੱਪਰ ਕਿਸੇ ਤਰੀਕੇ ਦਾ ਨੁਕਸਾਨ ਨਹੀਂ ਹੋਏਗਾ। ਉਹਨਾਂ ਦੇ ਉੱਪਰ ਇਹ ਕਾਨੂੰਨ ਲਾਗੂ ਨਹੀਂ ਹੋਏਗਾ ਕਿ ਤੁਹਾਨੂੰ ਸਰਕਾਰੀ ਨੌਕਰੀ ਨਹੀਂ ਮਿਲੂ, ਤੁਹਾਨੂੰ ਲਾਭ ਨਹੀਂ ਮਿਲੂ। ਇਹ ਚੀਜ਼ ਉਹਨਾਂ ਤੇ ਲਾਗੂ ਨਹੀਂ ਹੋਊਗੀ ਜੇਕਰ ਦੂਜੀ ਡਿਲੀਵਰੀ ਦੇ ਵਿੱਚ ਜੁੜਵੇ ਬੱਚਾ ਪੈਦਾ ਹੁੰਦੇ ਨੇ। ਤੇ ਨਾਲੇ ਉਹਨਾਂ ਨੇ ਕਹਿਤਾ ਕਿ ਤੀਜੇ ਬੱਚੇ ਨੂੰ ਜਿਹੜਾ ਗੋਦ ਲੈਣ ਤੇ ਰੋਕ ਨਹੀਂ ਹੋਏਗੀ, ਯਾਨੀ ਕਿ ਤੀਜਾ ਬੱਚਾ ਤੁਸੀਂ ਗੋਦ ਲੈ ਸਕਦੇ ਹੋ। ਨਾਲ ਹੀ ਨਾਲ ਉਹਨਾਂ ਨੇ ਕਹਿਤਾ ਕਿ ਜੇ ਕਿਸੇ ਦੇ 2 ਬੱਚੇ ਦਿਵਿਆਂਗ ਨੇ, ਯਾਨੀ ਕਿ ਆਪਾਂ ਕਹਿ ਸਕਦੇ ਕਿ ਕਿਸੇ ਦਾ ਅੰਗਹੀਣ ਹੈ ਜਾਂ ਕੁਝ ਵੀ ਹੈ, ਤਾਂ ਉਸ ਨੂੰ ਤੀਜੀ ਔਲਾਦ ਤੇ ਸਹੂਲਤਾਂ ਨੂੰ ਵਾਂਝਿਆ ਨਹੀਂ ਕੀਤਾ ਜਾ ਸਕਦਾ। ਯਾਨੀ ਤੀਜੀ ਔਲਾਦ ਉਹ ਲੈ ਸਕਦੇ ਨੇ ਤੇ ਨਾਲ ਹੀ ਨਾਲ ਉਹਨਾਂ ਨੂੰ ਸਹੂਲਤਾਂ ਤੋਂ ਵਾਂਝੇ ਨਹੀਂ ਕੀਤਾ, ਉਹਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ। ਤੇ ਨਾਲ ਉਹਨਾਂ ਨੇ ਵੀ ਲਿਖਤਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਇਹ ਸਹੁੰ ਪੱਤਰ ਦੇਣਾ ਹੋਵੇਗਾ ਕਿ ਉਹ ਇਸ ਕਾਨੂੰਨ ਦੀ ਉਲੰਘਣਾ ਨਹੀਂ ਕਰਨਗੇ, ਯਾਨੀ ਕਿ ਸਖਤੀ ਕਰਤੀ। ਤਾਂ ਇਸ ਤੋਂ ਬਾਅਦ ਇਹ ਵੀ ਦੱਸ ਦਈਏ ਕਿ ਲਾਭ ਕੀ ਨੇ ਜੇਕਰ ਤੁਸੀਂ 2 ਬੱਚਿਆਂ ਦੇ ਅੰਦਰ ਜਿਹੜੀ ਇੱਕ ਬੱਚਾ ਜਾਂ ਫਿਰ 2 ਬੱਚਿਆਂ ਤੱਕ ਹੀ ਰੱਖਦੇ ਹੋ ਤਾਂ ਉਹਦੇ ਲਾਭ ਕੀ ਨੇ। ਉਹਨਾਂ ਨੇ ਕਿਹਾ ਕਿ ਇੱਕ ਬੱਚੇ ਤੇ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲਣਗੀਆਂ। ਸਰਕਾਰੀ ਨੌਕਰੀ ਕਰਨ ਵਾਲਿਆਂ ਵੱਲੋਂ ਨਸਬੰਦੀ ਕਰਵਾਉਣ ਤੇ ਇੰਕਰੀਮੈਂਟ, ਪ੍ਰਮੋਸ਼ਨ ਅਤੇ ਸਰਕਾਰੀ ਆਵਾਸ ਯੋਜਨਾਵਾਂ 'ਚ ਛੋਟ। 2 ਬੱਚਿਆਂ ਵਾਲੇ ਮਾਤਾ ਪਿਤਾ ਜੋ ਸਰਕਾਰੀ ਨੌਕਰੀ ਨਹੀਂ ਕਰਦੇ ਨੂੰ ਬਿਜਲੀ, ਪਾਣੀ, ਹਾਊਸ ਟੈਕਸ ਅਤੇ ਹੋਮ ਲੋਨ 'ਚ ਛੋਟ ਹੈ। 1 ਬੱਚੇ ਤੇ ਨਸਬੰਦੀ ਕਰਵਾਉਣ ਵਾਲੇ ਪਤੀ ਪਤਨੀ ਨੂੰ ਆਪਣੀ ਔਲਾਦ ਦੇ 20 ਸਾਲ ਹੋਣ ਤੱਕ ਮੁਫਤ ਇਲਾਜ, ਸਿੱਖਿਆ, ਬੀਮਾ, ਵਿਦਿਅਕ ਸੰਸਥਾ ਅਤੇ ਸਰਕਾਰੀ ਨੌਕਰੀਆਂ 'ਚ ਪਹਿਲ ਹੈ। ਕਿਵੇਂ ਦੇਖਦੇ ਹੋ ਕਿ ਜਿਹੜੇ ਇਹ ਸਾਰਾ ਕਾਨੂੰਨ ਐਕਟ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ यूपी ਦੀ ਬੀਜੇਪੀ ਸਰਕਾਰ ਦੇ ਵੱਲੋਂ, ਕਿ ਲੋਕਾਂ ਦੇ ਇਹ ਵਿਰੋਧ ਸਮਝੀਏ ਜਾਂ ਲੋਕਾਂ ਦੇ ਹੱਕ ਸਮਝੀਏ? ਸੁਖਵਿੰਦਰ ਜੀ, ਇਹ ਇਸ ਲਈ ਅੱਜ ਆਪਾਂ ਡਿਸਕਸ ਕਰ ਰਹੇ ਹਾਂ ਕਿ ਅੱਜ ਆਬਾਦੀ ਦਿਵਸ ਹੈ, ਅੱਜ ਜਨਸੰਖਿਆ ਦਿਵਸ ਹੈ ਵਿਸ਼ੇਸ਼ ਤੌਰ ਤੇ। ਔਰ ਪਿਛਲੇ ਲੰਬੇ ਸਮੇਂ ਤੋਂ ਇਹ ਦਿਵਸ ਜਿਹੜਾ ਹੈਗਾ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ। ਔਰ ਇਹਦਾ ਵੱਡਾ ਕਾਰਨ ਇਹੀ ਹੈ ਕਿ ਇਸ ਤੋਂ ਵੀ ਪਹਿਲਾਂ ਜੇ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਇੱਦਾਂ ਦੇ ਫੈਸਲੇ ਜਿਹੜੇ ਸੀਗੇ ਪਹਿਲਾਂ ਵੀ ਲਾਗੂ ਕੀਤੇ ਨੇ। ਖਾਸ ਤੌਰ ਤੇ ਜੇ ਮੈਂ 70ਵਿਆਂ ਦੀ ਗੱਲ ਕਰਾਂ ਤਾਂ ਕਾਂਗਰਸ ਦੇ ਵਿੱਚ ਸੰਜੇ ਗਾਂਧੀ ਹੋਰਾਂ ਨੇ ਇਹ ਨਸਬੰਦੀ ਦਾ ਮਾਡਲ ਲਿਆਂਦਾ ਸੀਗਾ ਕਿ ਉਹਨਾਂ ਨੇ ਤਾਂ ਇਹ ਵੀ ਕਿਹਾ ਸੀਗਾ ਕਿ ਧੱਕੇ ਨਾਲ ਜਿਹੜਾ ਬੰਦਾ ਨਸਬੰਦੀ ਨਹੀਂ ਕਰਾਉਂਦਾ ਉਹਦੀ ਵੀ ਤੁਸੀਂ ਨਸਬੰਦੀ ਕਰੋ। ਸੋ ਇਸ ਤਰ੍ਹਾਂ ਦੀ ਡਿਕਟੇਟਰਸ਼ਿਪ ਜਿਹੜੀ ਸੀਗੀ ਲਿਆਂਦੀ ਗਈ। ਸਾਡੇ ਬਿਲਕੁਲ ਗਵਾਂਢੀ ਦੇਸ਼ ਦੇ ਵਿੱਚ ਚੀਨ ਦੇ ਵਿੱਚ ਜਿਹੜਾ ਤੁਸੀਂ ਦੇਖੋਗੇ ਕਿ 2 ਬੱਚਿਆਂ ਦੀ ਜਿਹੜੀ ਥਿਊਰੀ ਹੈ ਉਹ ਲਾਗੂ ਕੀਤੀ ਗਈ ਔਰ ਪਿਛਲੇ ਦਿਨਾਂ ਦੇ ਵਿੱਚ ਹੀ ਉਹ ਜਿਹੜੀ ਹੈਗੀ ਹਟੀ ਹੈ। ਔਰ ਆਬਾਦੀ ਦੇ ਬਾਰੇ ਮੈਂ ਇਹ ਦੱਸਣਾ ਚਾਹੁੰਦਾ ਕਿ ਇਸ ਵੇਲੇ ਪੂਰੀ ਵਿਸ਼ਵ ਦੀ ਜੇ ਆਪਾਂ ਆਬਾਦੀ ਦੀ ਗੱਲ ਕਰੀਏ 7 ਅਰਬ ਆਬਾਦੀ ਹੈ ਇਸ ਵੇਲੇ। ਔਰ ਉਹਦੇ ਵਿੱਚ ਜੇ ਆਪਾਂ ਕਹੀਏ ਕਿ ਜਿਹੜੀ ਇਹ ਧਰਤੀ ਹੈ, ਜਿਹੜੀ ਇਹ ਆਪਾਂ ਜਿਸ ਉੱਤੇ ਅਰਸ਼ ਦੇ ਉੱਤੇ ਰਹਿੰਦੇ ਆ, ਇਹ 11 ਅਰਬ ਲੋਕਾਂ ਨੂੰ ਵਧੀਆ ਰੋਜ਼ਗਾਰ, ਵਧੀਆ ਜੀਵਨ ਦੇ ਸਕਦੀ ਹੈ। ਇਹਦੇ ਵਿੱਚ ਇੰਨੀ ਕਪੈਸਿਟੀ ਹੈ। ਹੁਣ ਸਮੱਸਿਆ ਕਿੱਥੇ ਆਉਂਦੀ ਹੈ? ਸਮੱਸਿਆ ਇਹ ਨਹੀਂ ਹੈ ਕਿ ਆਬਾਦੀ ਕਰਕੇ ਅਸੀਂ ਗਰੀਬ ਆ। ਸਾਡੇ ਨਾਲੋਂ ਵੱਧ ਆਬਾਦੀ ਤਾਂ ਚੀਨ ਦੇ ਵਿੱਚ ਸੀਗੀ, ਪਰ ਅੱਜ ਸਾਡੇ ਨਾਲੋਂ ਚੀਨ ਜਿਹੜਾ ਹੈਗਾ ਆਪਣੀਆਂ ਨੀਤੀਆਂ ਕਰਕੇ ਜਿਹੜਾ ਹੈਗਾ ਅੱਗੇ ਚਲਾ ਗਿਆ। ਕਿਉਂਕਿ ਸਾਡੀਆਂ ਨੀਤੀਆਂ 'ਚ ਗੜਬੜ ਹੈ। ਸਾਨੂੰ ਸਰਕਾਰਾਂ ਕੀ ਕਹਿਣਾ ਚਾਹੁੰਦੀਆਂ ਨੇ, ਚਾਹੇ ਉਹ ਕਿਸੇ ਵੇਲੇ ਕਾਂਗਰਸ ਦੀ ਸਰਕਾਰ ਹੋਵੇ, ਚਾਹੇ ਅੱਜ ਬੀਜੇਪੀ ਦੀ ਸਰਕਾਰ ਹੈ यूपी ਦੇ ਵਿੱਚ, ਉਹ ਜਿਹੜੇ ਨਵੇਂ ਕਾਨੂੰਨ ਇੱਦਾਂ ਦੇ ਲੈ ਕੇ ਆ ਰਹੀ ਹੈ, ਉਹ ਦੱਸਣਾ ਚਾਹੁੰਦੀਆਂ ਨੇ ਕਿ ਤੁਸੀਂ ਜਿਹੜੇ ਬੱਚੇ ਪੈਦਾ ਕਰਦੇ ਹੋ ਨਾ, ਤੁਸੀਂ ਇਸ ਲਈ ਤੁਸੀਂ ਗਰੀਬ ਹੋ,
ਮੈਂ ਇੱਥੇ ਹੀ ਦੱਸਣਾ ਚਾਹਣਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਲੋਕ ਗਰੀਬ ਨੇ, ਇਹ ਸਿਸਟਮ ਕਰਕੇ ਗਰੀਬ ਨੇ, ਨਾ ਕਿ ਬੱਚੇ ਪੈਦਾ ਕਰਨ ਕਰਕੇ। ਸਗੋਂ ਬੱਚਿਆਂ ਨੂੰ ਜਾਂ ਆਬਾਦੀ ਨੂੰ ਜਾਂ ਲੋਕਾਂ ਨੂੰ ਤਾਂ ਸਾਡੇ ਸੰਵਿਧਾਨ ਦੇ ਵਿੱਚ ਵੀ ਹਿਊਮਨ ਰਿਸੋਰਸਿਸ ਕਿਹਾ ਜਾਂਦਾ ਹੈ। ਹਿਊਮਨ ਰਿਸੋਰਸਿਸ ਦਾ ਵੱਖਰਾ ਡਿਵੈਲਪਮੈਂਟ ਜਿਹੜਾ ਹੈਗਾ ਮਹਿਕਮਾ ਹੈ। ਸੋ ਇਸ ਕਰਕੇ ਜੇ ਤੁਸੀਂ ਲੋਕ ਜਿਹੜੇ ਪੈਦਾ ਹੁੰਦੇ ਨੇ ਉਹਨਾਂ ਤੋਂ ਸਹੀ ਕੰਮ ਲਾਓਗੇ, ਉਹਨਾਂ ਨੂੰ ਰੁਜ਼ਗਾਰ ਦਿਓਗੇ, ਉਹਨਾਂ ਨੂੰ ਸਿੱਖਿਆ ਦਿਓਗੇ, ਉਹਨਾਂ ਨੂੰ ਸਿਹਤ ਸਹੂਲਤਾਂ ਦਿਓਗੇ, ਤਾਂ ਜਿਹੜੇ ਜਦੋਂ ਲੋਕ ਤੁਸੀਂ ਪੜ੍ਹ ਜਾਣਗੇ, ਜਦੋਂ ਐਜੂਕੇਟ ਹੋ ਜਾਣਗੇ, ਉਹਨਾਂ ਨੂੰ ਸਿੱਖਿਆ ਮਿਲ ਜੇਗੀ, ਤਾਂ ਲਾਜ਼ਮੀ ਤੌਰ ਤੇ ਉਹ ਦੇਖ ਕੇ ਬੱਚੇ ਪੈਦਾ ਕਰਨਗੇ ਜਿੰਨੀ ਉਹਨਾਂ ਦੀ ਕਪੈਸਿਟੀ ਹੋਏਗੀ। ਜਦੋਂ ਤੁਸੀਂ ਲੋਕਾਂ ਨੂੰ ਅੱਜ ਤੱਕ ਜਿਹੜਾ ਹੈਗਾ ਅਨਪੜ੍ਹ ਰੱਖਿਆ ਹੋਇਆ ਹੈ, ਗਰੀਬ ਰੱਖਿਆ ਹੋਇਆ ਹੈ, ਤਾਂ ਗਰੀਬ ਬੰਦਾ ਚੀਨ ਵੀ ਜਿਹੜਾ ਬਹੁਤ ਆਬਾਦੀ ਵਾਲਾ ਦੇਸ਼ ਹੈ ਉਹ ਵੀ ਤਰੱਕੀ ਕਰ ਰਿਹਾ, ਉਹਦੀ ਵੀ ਕੋਈ ਖਾਸ ਕੋਈ ਸਾਡੇ ਕੋਲੇ ਬਿਲਕੁਲ ਸਾਡੇ ਨਾਲ ਹੈ ਚੀਨ, ਔਰ ਸਾਡੇ ਨਾਲੋਂ ਕਿਤੇ ਵੱਧ ਆਬਾਦੀ ਸੀਗੀ ਜਦੋਂ ਉਹ ਆਜ਼ਾਦ, ਸਾਡੇ ਤੋਂ ਬਾਅਦ ਆਜ਼ਾਦ ਹੋਇਆ, ਔਰ ਸਾਡੇ ਤੋਂ ਅੱਜ ਕਿਤੇ ਮਤਲਬ ਅੱਜ ਉਹਦੀ ਟੱਕਰ ਅਮਰੀਕਾ ਦੇ ਨਾਲ ਹੈ। ਦੁਨੀਆ ਦੀ ਮਹਾਸ਼ਕਤੀ ਬਣਿਆ ਹੋਇਆ, ਆਬਾਦੀ ਕਰਕੇ ਬਣਿਆ ਹੋਇਆ। ਆਬਾਦੀ ਕਿਉਂਕਿ ਲੋਕਾਂ ਨੂੰ ਉਹਨਾਂ ਨੇ ਰੁਜ਼ਗਾਰ ਦਿੱਤਾ ਹੈ, ਲੋਕਾਂ ਨੂੰ ਉਹਨਾਂ ਨੇ ਸਹੀ ਚੰਗੀਆਂ ਸਹੂਲਤਾਂ ਦਿੱਤੀਆਂ ਨੇ। ਪਰ ਅਸੀਂ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਸਿਰਫ ਲੋਕਾਂ ਦੇ ਵਿੱਚ ਕਸੂਰ ਕੱਢਦੀਆਂ ਨੇ ਕਿ ਤੁਸੀਂ ਆਬਾਦੀ ਵਧਾਉਣੇ ਹੋ, ਔਰ ਇਹ ਇੱਕ ਕਿਸਮ ਦੀ ਡਿਕਟੇਟਰਸ਼ਿਪ ਹੈ। ਇਹ ਕਿਸਮ ਦੀ ਆਪਾਂ ਕਹਿ ਸਕਦੇ ਹਾਂ ਕਿ ਇਦਾਂ ਦੀ ਜਿਹੜੇ ਕਾਨੂੰਨ ਲਾਗੂ ਜਦੋਂ ਕਰਦੇ ਆ ਸਰਕਾਰਾਂ, ਤਾਂ ਜਿਵੇਂ ਹਾਲ ਤੁਸੀਂ ਦੇਖੋਗੇ ਕਿ 1970 ਦੇ ਵਿੱਚ ਜਿਹੜਾ ਕਾਂਗਰਸ ਦਾ ਹਾਲ ਹੋਇਆ ਸੀ, ਉਸ ਤੋਂ ਬਾਅਦ ਬੁਰੀ ਤਰ੍ਹਾਂ ਕਾਂਗਰਸ ਹਾਰੀ ਸੀਗੀ ਇਸ ਏਜੰਡੇ ਲਿਆਉਣ ਤੋਂ ਬਾਅਦ। ਸੋ ਮੈਂ ਉਸ ਵਾਲੇ ਪਾਸੇ ਆਉਣ ਲੱਗਿਆ ਸੀਗਾ ਕਿ ਜਦੋਂ ਵੀ ਤੁਸੀਂ ਸੰਜੇ ਗਾਂਧੀ ਦੀ ਗੱਲ ਕੀਤੀ, ਜਦੋਂ ਇਹ ਸਾਰੀ ਗੱਲਬਾਤ ਉਦੋਂ ਹੋਈਆਂ ਨਸਬੰਦੀ ਵਾਲੀਆਂ, ਤਾਂ ਕਾਂਗਰਸ ਨੂੰ ਖਮਿਆਜਾ ਉਹਦਾ ਭੁਗਤਣਾ ਪਿਆ, ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਤਾਂ ਹੁਣ ਜਿਵੇਂ ਯੂਪੀ ਦੇ ਵਿੱਚ ਵੀ ਚੋਣਾਂ ਹੋਣ ਜਾ ਰਹੀਆਂ ਨੇ, ਪੰਜਾਬ ਦੇ ਨਾਲ ਹੀ ਉੱਥੇ ਚੋਣਾਂ ਹੋਣੀਆਂ ਨੇ, ਚੋਣਾਂ ਸਿਰ ਤੇ ਨੇ, ਤਾਂ ਜਿਸ ਤਰੀਕੇ ਦੇ ਨਾਲ ਬੀਜੇਪੀ ਦੀ ਸਰਕਾਰ ਦੇ ਵੱਲੋਂ ਯੂਪੀ ਦੇ ਵਿੱਚ ਇਹ ਫੈਸਲਾ ਲਿਆ ਗਿਆ, ਕੀ ਲੱਗਦਾ ਕਿ ਇੱਕ ਪਾਸੇ ਦਾ ਕਿਸਾਨ ਅੰਦੋਲਨ ਦੇ ਕਰਕੇ ਬੀਜੇਪੀ ਦੀ ਜਿਹੜੀ ਬਹੁਤ ਜ਼ਿਆਦਾ ਵੋਟ ਬੈਂਕ ਘਟਿਆ ਹੈ, ਉਹਦੀ ਵਿਰੋਧਤਾ ਵਧੀ ਹੈ, ਤੇ ਯੂਪੀ ਦੇ ਵਿੱਚ ਵੀ ਕਿਸਾਨਾਂ ਦਾ ਅੰਦੋਲਨ ਜਾਏਗਾ, ਗਰੰਟਡ ਹੈ। ਤਾਂ ਦੂਜੇ ਪਾਸੇ ਜਿਹੜਾ ਇਹ ਫੈਸਲਾ ਕਰਕੇ ਤੁਸੀਂ ਜਿਹੜੀ ਇੱਕ ਅਲਾਮਤ ਜਿਹੜੀ ਆਪਦੇ ਗਲ ਪਾ ਲੈਣੀ ਹੈ, ਕੀ ਲੱਗਦਾ ਕਿ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਵੱਡੀ ਮੁਸੀਬਤ ਗਲ ਪੈ ਸਕਦੀ ਹੈ ਯੋਗੀ ਅਤੇ ਬੀਜੇਪੀ ਦੇ? ਬਿਲਕੁਲ, ਮੈਂ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਵੇਂ ਕਿਸੇ ਵੇਲੇ 70ਵਿਆਂ ਤੋਂ ਬਾਅਦ ਕਾਂਗਰਸ ਦਾ ਹਾਲ ਹੋਇਆ ਸੀ, ਕਾਂਗਰਸ ਬੈਕਫੁੱਟ ਤੇ ਚਲੀ ਗਈ ਸੀਗੀ, ਉਹੀ ਗੱਲ ਇਸ ਕਾਨੂੰਨ ਦੇ ਨਾਲ ਯੂਪੀ ਦੇ ਵਿੱਚ ਬੀਜੇਪੀ ਦੀ ਹੋਣੀ ਹੈ। ਖਾਸ ਤੌਰ ਤੇ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ, ਉਹਨਾਂ ਦੇ ਉੱਤੇ ਸਾਰਾ ਇਹ ਜਿਹੜਾ ਹੈਗਾ ਭਾਂਡਾ ਫੋੜਿਆ ਜਾਣਾ। ਸੋ ਇੱਕ ਕਿਸਮ ਦੀ ਤਾਨਾਸ਼ਾਹੀ, ਜਿਵੇਂ ਮੈਂ ਕਿਹਾ ਕਿ ਤਾਨਾਸ਼ਾਹੀ ਜਿਹੜੀ ਹੈਗੀ ਡਿਵੈਲਪ ਹੋਣ ਦੀਆਂ ਸੰਭਾਵਨਾਵਾਂ ਨੇ, ਜਿਸ ਕਿਸਮ ਦੇ ਨਾਲ ਚੀਨ ਨੇ ਇਹ ਫੈਸਲਾ ਵਾਪਸ ਲੈਣਾ ਪਿਆ। ਚੀਨ ਦੇ ਵਿੱਚ ਵੀ ਹਾਲਾਂਕਿ ਉੱਥੇ ਕਮਿਊਨਿਸਟ ਪਾਰਟੀ ਦੀ ਸਰਕਾਰ ਹੈ, ਪਰ ਇਹਦੇ ਬਾਵਜੂਦ ਵੀ ਲੋਕਾਂ ਦੇ ਵਿਰੋਧ ਕਰਨ ਤੋਂ ਬਾਅਦ ਉੱਥੇ ਜਿਹੜਾ ਹੈਗਾ ਇਹ ਫੈਸਲੇ ਨੂੰ ਵਾਪਸ ਲੈਣਾ ਪਿਆ ਸੀਗਾ। ਸੋ ਇਹ ਮੈਂ ਕਹਿਣਾ ਚਾਹੁੰਦਾ ਕਿ ਜਿਹੜੀਆਂ ਹਿੰਦੁਸਤਾਨ ਦੇ ਵਿੱਚ, ਕਿਉਂਕਿ ਇੱਥੇ ਹੋਰ ਤਰ੍ਹਾਂ ਦੀ ਡੈਮੋਕ੍ਰੇਸੀ ਹੈ, ਇੱਥੇ ਅਸੀਂ ਚੀਨ ਨਾਲ ਜਿਹੜੀ ਚੀਨ ਦੀ ਡੈਮੋਕ੍ਰੇਸੀ ਹੈ ਜਾਂ ਚੀਨ ਦੀ ਜਿਹੜੀ ਸਰਕਾਰ ਹੈ ਉਹ ਭਾਰਤੀ ਸਰਕਾਰ ਜਾਂ ਭਾਰਤੀ ਲੋਕਤੰਤਰ ਹੈ, ਇਹਨੂੰ ਅਸੀਂ ਉਹਦੇ ਨਾਲ ਤੁਲਨਾ ਨਹੀਂ ਕਰ ਸਕਦੇ। ਪਰ ਕਿਉਂਕਿ ਸਾਡੇ ਇੱਥੇ ਜਿਹੜੀ ਡਿਵੈਲਪਮੈਂਟ ਹੈ ਡੈਮੋਕ੍ਰੇਸੀ ਦੀ, ਚਾਹੇ ਆਪਣੀ ਤਰ੍ਹਾਂ ਦੀ ਡੈਮੋਕ੍ਰੇਸੀ ਹੈ, ਪਰ ਇਹ ਚੀਨ ਨਾਲੋਂ ਜ਼ਿਆਦਾ ਵੱਡੀ ਡੈਮੋਕ੍ਰੇਸੀ ਹੈ। ਸੋ ਇੱਥੇ ਜਿਹੜੀ ਹੈਗੀ ਹੈ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਇੱਥੇ ਤਾਂ, ਕਿਉਂਕਿ ਸੋਸ਼ਲ ਮੀਡੀਆ ਬਹੁਤ ਹਾਵੀ ਹੈ, ਤੁਸੀਂ ਚੀਨ ਦੇ ਵਿੱਚ ਜਿਹੜਾ ਹੈਗਾ ਖੁੱਲੇ ਤੌਰ ਤੇ ਗੱਲ ਕਰ ਹੀ ਨਹੀਂ ਸਕਦੀ। ਇਹਦੇ ਬਾਵਜੂਦ ਚੀਨ ਦੇ ਵਿੱਚ ਇਹ ਜਿਹੜਾ ਹੈਗਾ ਇਸ ਕਾਨੂੰਨ ਨੂੰ ਹਟਾਉਣਾ ਪਿਆ। ਪਰ ਦੂਜੇ ਪਾਸੇ ਸਾਡੇ ਜਿੱਥੇ ਇਸ ਵੇਲੇ ਸੋਸ਼ਲ ਮੀਡੀਆ ਜਿਹੜਾ ਹੈਗਾ ਬਹੁਤ ਹਾਵੀ ਹੈ, ਹਰ ਬੱਚੇ ਦੇ ਹੱਥ ਦੇ ਵਿੱਚ ਸੋਸ਼ਲ ਮੀਡੀਆ ਹੈ, ਸੋ ਉੱਥੇ ਤੁਸੀਂ ਅੱਜ ਦੀ ਡੇਟ ਦੇ ਵਿੱਚ 21ਵੀਂ ਸਦੀ ਦੇ ਵਿੱਚ ਤੁਸੀਂ ਇਦਾਂ ਦੇ ਕਾਨੂੰਨ ਲਾਗੂ ਕਰੋਗੇ ਔਰ ਜਿਹੜੇ ਤਾਨਾਸ਼ਾਹੀ ਵਾਲੇ ਕਾਨੂੰਨ ਨੇ, ਤਾਂ ਮੈਨੂੰ ਨਹੀਂ ਲੱਗਦਾ ਕਿ ਲੋਕ ਇਸ ਗੱਲ ਨੂੰ ਬਰਦਾਸ਼ਤ ਕਰਨਗੇ। ਇਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਵਿਰੋਧ ਵੀ ਸ਼ੁਰੂ ਹੋਏਗਾ। ਔਰ ਪਰ ਜਿਹੜੀ ਵੱਡੀ ਗੱਲ ਇਹੀ ਹੈ ਕਿ ਇਹਦੇ ਵਿੱਚ ਸਮਝਣ ਵਾਲੀ ਕਿ ਸਰਕਾਰਾਂ ਆਬਾਦੀ ਦੇ ਨਾਂ ਤੇ ਸਾਨੂੰ ਬੁੱਧੂ ਬਣਾਉਂਦੀਆਂ ਨੇ, ਔਰ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ ਕਹਿਣਾ ਚਾਹੁੰਦੀਆਂ ਨੇ ਕਿ ਤੁਹਾਡੇ ਬੱਚੇ ਪੈਦਾ ਤੁਸੀਂ ਜਿਹੜੇ ਕਰਦੇ ਹੋ ਉਹਨਾਂ ਕਰਕੇ ਗਰੀਬੀ ਪੈਦਾ ਹੁੰਦੀ ਹੈ, ਉਹਨਾਂ ਕਰਕੇ ਗੰਦਗੀ ਹੁੰਦੀ ਹੈ, ਉਹਨਾਂ ਕਰਕੇ ਸਾਰਾ ਕੁਝ ਜਿਹੜਾ ਹੈਗਾ ਫੈਲਿਆ ਹੋਇਆ। ਸੋ ਪਰ ਗੱਲ ਹੈਗੀ ਉਲਟ ਹੈ। ਗੱਲ ਇਹ ਹੈ ਵੀ ਸਰਕਾਰਾਂ ਦੀਆਂ ਪਾਲਿਸੀਆਂ ਕਰਕੇ ਸਾਰਾ ਕੁਝ ਹੈ, ਸਰਕਾਰਾਂ ਦੀਆਂ ਪਾਲਿਸੀਆਂ ਕਰਕੇ ਸਾਡੀ ਆਬਾਦੀ ਅਨਪੜ੍ਹ ਰਹਿ ਰਹੀ ਹੈ, ਸਰਕਾਰ ਦੀਆਂ ਪਾਲਿਸੀਆਂ ਕਰਕੇ ਜਿਹੜੀ ਹੈਗੀ ਹੈ ਅਸੀਂ ਜਿਹੜੇ ਨੇ ਸਾਡੀ ਹੈਲਥ ਜਿਹੜੀ ਹੈਗੀ ਹੈ ਉਹ ਪੂਰੀ ਵਿਸ਼ਵ ਦੇ ਵਿੱਚ, ਪੂਰੇ ਵਰਲਡ ਦੇ ਵਿੱਚ ਅਸੀਂ ਸਭ ਤੋਂ ਥੱਲੇ ਆ।
ਔਰ ਇਸੇ ਤਰ੍ਹਾਂ ਰੁਜ਼ਗਾਰ ਦੇ ਪੱਖ ਤੋਂ ਦੇਖੀਏ, ਅਸੀਂ ਰੁਜ਼ਗਾਰ ਦੇ ਪੱਖ ਤੋਂ ਸਭ ਤੋਂ ਥੱਲੇ ਆ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਸਾਰੀਆਂ ਚੀਜ਼ਾਂ ਆਬਾਦੀ ਕਰਕੇ ਨਹੀਂ ਹੋਈਆਂ, ਸਰਕਾਰਾਂ ਦੀਆਂ ਜਿਹੜੀਆਂ ਪਾਲਿਸੀਆਂ ਬਣਾਈਆਂ ਨੇ, ਇਦਾਂ ਦੇ ਕਾਨੂੰਨ ਜਿਹੜੇ ਲੈ ਕੇ ਆ ਰਹੇ ਨੇ। ਹੁਣ ਮੰਨ ਲਓ ਖੇਤੀਬਾੜੀ ਨਾਲ ਸੰਬੰਧਿਤ ਜਿਹੜੇ ਕਾਲੇ ਕਾਨੂੰਨ ਨੇ, ਇਹਦੇ ਨਾਲ ਤਾਂ ਹੋਰ ਗਰੀਬੀ ਫੈਲੇਗੀ, ਹੋਰ ਜਿਹੜਾ ਹੈਗਾ ਪੰਜਾਬ ਦਾ ਜਾਂ ਪੂਰੇ ਹਿੰਦੁਸਤਾਨ ਦਾ ਜਿਹੜਾ ਕਿਸਾਨ ਹੈ, ਹੋਰ ਵਿਚਾਰਾ ਥੱਲੇ ਜਾਏਗਾ, ਹੋਰ ਗਰੀਬ ਹੋਵੇਗਾ। ਸੋ ਉਹਦੇ ਨਾਲ ਜਿੰਨਾ ਗਰੀਬੀ ਹੋਏਗੀ ਉਨੀ ਭੁੱਖਮਰੀ ਫੈਲੇਗੀ, ਜਿੰਨੀ ਭੁੱਖਮਰੀ ਫੈਲੇਗੀ ਮਹਿੰਗਾਈ ਹੋ ਰਹੀ ਹੈ ਜਿਹੜੀ ਇੰਨੀ, ਪੈਟਰੋਲ ਡੀਜ਼ਲ ਦੇ ਰੇਟ ਵਧਦੇ ਜਾ ਰਹੇ ਨੇ। ਗਰੀਬੀ ਤਾਂ ਉਹਨਾਂ ਕਰਕੇ ਆ ਰਹੀ ਹੈ ਕਿਉਂਕਿ ਗਰੀਬ ਗਰੀਬ ਹੁੰਦਾ ਜਾ ਰਿਹਾ ਤੇ ਅਮੀਰ ਅਮੀਰ ਹੁੰਦਾ ਜਾ ਰਿਹਾ। ਇਹਦੇ ਵਿੱਚ ਬੱਚੇ ਵੱਧ ਹੋਣ ਦਾ ਜਾਂ ਘੱਟ ਹੋਣ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਜੀ ਸਗੋਂ ਮੈਂ ਤਾਂ ਇਹ ਕਹਿਣਾ ਕਿ ਜੇ ਬੱਚੇ ਵੱਧ ਵੀ ਨੇ ਤਾਂ ਤੁਸੀਂ ਉਹਨਾਂ ਨੂੰ ਕੰਮ ਦਿਓ। ਉਹ ਤਾਂ ਸਾਡੇ ਰਿਸੋਰਸਿਸ ਨੇ, ਜਿਹੜੀ ਮੈਂ ਗੱਲ ਕਰ ਰਿਹਾ ਕਿ ਹਿਊਮਨ ਰਿਸੋਰਸ ਹੈ ਸਾਡੇ ਕੋਲੇ, ਜਿਹੜਾ ਇੱਕ ਪਾਸੇ ਸਾਡੇ ਕੋਲੇ ਕਿੰਨਾ ਕੰਮ ਕਰਨ ਲਾਉਣ ਵਾਲਾ ਪਿਆ। ਤੁਸੀਂ ਸਫਾਈ ਭਾਰਤ ਦੀ, ਜੇ ਸਫਾਈ ਦੀ ਗੱਲ ਕਰਦੇ ਹੋ, ਤੁਸੀਂ ਸਫਾਈ ਸੇਵਕ ਰੱਖੋ। ਤੁਸੀਂ ਸਫਾਈ ਸੇਵਕ ਏਦਾਂ ਕਹਿ ਕੇ ਵੀ ਅਸੀਂ ਉੱਥੇ ਡਸਟਬਿਨ ਲਾਤੇ ਜੀ, ਤੁਸੀਂ ਉੱਥੇ ਧਿਆਨ ਰੱਖਿਆ ਕਰੋ, ਤੁਸੀਂ ਥੁੱਕਿਆ ਨਾ ਕਰੋ, ਤੁਸੀਂ ਆਏ ਨਾ ਕਰਿਆ ਕਰੋ। ਇਹ ਲੋਕਾਂ ਨੂੰ ਮਤਲਬ ਕਰੋੜਾਂ ਅਰਬਾਂ ਰੁਪਏ ਦਾ ਉਹਨਾਂ ਨੇ ਐਡ ਦਿੱਤਾ, ਲਾਤਾ ਮੋਦੀ ਸਾਹਿਬ ਨੇ ਕਿ ਤੁਸੀਂ ਸਫਾਈ ਅਭਿਆਨ ਚਲਾਤਾ, ਉਹੀ ਸਫਾਈ ਸੇਵਕ ਨਹੀਂ ਰੱਖ ਪਾਏ, ਰੁਜ਼ਗਾਰ ਨਹੀਂ ਦਿੱਤਾ। ਅੱਜ ਵੀ ਦੇਖ ਲਓ ਸਫਾਈ ਦਾ ਬੁਰਾ ਹਾਲ ਐਡ ਲਗਾ ਕੇ ਅਖਬਾਰਾਂ ਦੇ ਵਿੱਚ, ਟੀਵੀ ਦੇ ਉੱਤੇ ਐਡ ਚਲਾ ਕੇ ਸਫਾਈ ਅਭਿਆਨ ਚਲਾ ਲਿਆ, ਪ੍ਰੈਕਟੀਕਲ ਨਹੀਂ ਕੀਤਾ। ਬਿਲਕੁਲ। ਸੋ ਇਸ ਕਰਕੇ ਸਰਕਾਰਾਂ ਲੋਕਾਂ ਨੂੰ ਬੁੱਧੂ ਬਣਾ ਰਹੀਆਂ ਨੇ। ਇਹ ਇਸੇ ਤਰ੍ਹਾਂ ਯੂਪੀ ਸਰਕਾਰ ਜਿਹੜੀ ਹੈਗੀ ਹੈ, ਲੋਕਾਂ ਨੂੰ ਬੁੱਧੂ ਬਣਾ ਕੇ ਇਦਾਂ ਦੇ ਉਹਨਾਂ ਦੇ ਉੱਤੇ ਤਾਨਾਸ਼ਾਹੀ ਜਿਹੜੇ ਕਾਨੂੰਨ ਨੇ ਉਹ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪ੍ਰੈਸ਼ਰ ਪਏਗਾ ਲੋਕਾਂ ਦਾ, ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਪਤਾ ਲੱਗਾ ਕਿ ਸਾਨੂੰ ਇਹਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ, ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫੈਸਲਾ ਵਾਪਸ ਵੀ ਲਿਆ ਜਾ ਸਕਦਾ ਇਹਨਾਂ ਦੇ ਵੱਲੋਂ? ਦੇਖੋ, ਇਹਦੇ ਦੋਨੋਂ ਤਰੀਕੇ ਹੋ ਸਕਦੇ ਨੇ। ਜੇ ਉਹਨਾਂ ਨੂੰ ਲੱਗੂਗਾ ਕਿ ਲੋਕਾਂ ਨੇ ਐਕਸੈਪਟ ਕਰ ਲਿਆ ਇਹ, ਜੇ ਉਹ ਲੋਕਾਂ ਨੂੰ ਬੁੱਧੂ ਬਣਾਉਣ ਦੇ ਵਿੱਚ ਉਸ ਤਰੀਕੇ ਨਾਲ ਵਿਰੋਧ ਨਾ ਕਰ ਪਾਏ, ਵਿਰੋਧ ਨਾ ਕੀਤਾ, ਫਿਰ ਇਹ ਮੋਦੀ ਸਾਹਿਬ ਵੀ ਕਰਨਗੇ, ਫਿਰ ਇਹ ਨੈਸ਼ਨਲ ਲੈਵਲ ਤੇ ਹੋਏਗਾ। ਉਹ ਹੁਣ ਉਹਨਾਂ ਨੇ ਇੱਕ ਟੀਕਾ ਲਾ ਕੇ ਦੇਖਿਆ ਕਿ ਲੋਕਾਂ ਦੇ ਵਿੱਚ ਇਹ ਜਾਂਦਾ ਹੈ ਕਿ ਨਹੀਂ ਜਾਂਦਾ। ਜੇ ਤਾਂ ਇੱਕ ਸਟੇਟ ਪੱਧਰ ਤੇ ਹੋ ਗਿਆ, ਲੋਕਾਂ ਨੇ ਬਹੁਤਾ ਰੌਲਾ ਨਾ ਪਾਇਆ, ਫਿਰ ਤਾਂ ਉਹ ਨੈਸ਼ਨਲ ਲੈਵਲ ਤੇ ਵੀ ਇਹ ਜਿਹੜੀ ਤਾਨਾਸ਼ਾਹੀ ਜਿਹੜਾ ਕਾਨੂੰਨ ਹੈ ਉਹ ਉੱਥੇ ਵੀ ਲਿਆ ਸਕਦੇ ਨੇ। ਸੋ ਇਹ ਦੋਨੋਂ ਸੰਭਾਵਨਾਵਾਂ ਨੇ। ਜੇ ਲੋਕਾਂ ਨੇ ਵਿਰੋਧ ਕੀਤਾ, ਜਿਵੇਂ ਮੈਂ ਕਿਹਾ ਕਿ 70ਵਿਆਂ ਦੇ ਵਿੱਚ ਉਹਨਾਂ ਨੇ ਸਰਕਾਰ ਨੂੰ ਹਿਲਾਤਾ ਸੀਗਾ, ਕਾਂਗਰਸ ਨੂੰ। ਮੈਂ ਉਹੀ ਗੱਲ ਕਹਿਣ ਲੱਗਿਆ ਸੀ ਕਿ ਜਿਸ ਤਰੀਕੇ ਦੇ ਨਾਲ ਮੋਦੀ ਸਾਹਿਬ ਨੂੰ ਵੀ ਤਾਂ ਪਤਾ ਹੋਊਗਾ ਨਾ ਕਿ ਜਦੋਂ ਸੰਜੇ ਗਾਂਧੀ ਨੇ ਇਹ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ, ਨਸਬੰਦੀ ਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਉਦੋਂ ਬੜੇ ਵੱਡੇ ਪੱਧਰ ਤੇ ਦੇਸ਼ ਦੇ ਵਿੱਚ ਹਾਲਾਤ ਵੀ ਵਿਗੜ ਗਏ ਸੀਗੇ। ਤਾਂ ਧੱਕੇ ਨਾਲ ਵੀ ਕਰਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਰਕੇ ਹਾਲਾਤ ਵਿਗੜੇ, ਤਾਂ ਉਹਦਾ ਖਮਿਆਜਾ ਵੀ ਭੁਗਤਣਾ ਪਿਆ। ਤਾਂ ਅਜਿਹੇ ਦੇ ਵਿੱਚ ਜੇ ਮੋਦੀ ਸਾਹਿਬ ਪੁਰਾਣਾ ਇਤਿਹਾਸ ਦੇਖਣ ਕਿ ਅਜਿਹੇ ਫੈਸਲਿਆਂ ਦੇ ਨਾਲ ਪਾਰਟੀਆਂ ਨੂੰ ਸਰਕਾਰਾਂ ਸਿੱਟੀਆਂ ਨੇ, ਸਰਕਾਰਾਂ ਡਿੱਗੀਆਂ ਨੇ, ਖਮਿਆਜੇ ਭੁਗਤਣੇ ਪਏ ਨੇ, ਕਿ ਅਜਿਹੇ ਦੇ ਵਿੱਚ ਵੀ ਮੋਦੀ ਸਾਹਿਬ ਫੈਸਲਾ ਲੈਣ ਦੀ ਜੁਰਤ ਕਰ ਸਕਦੇ? ਸੁਖਵਿੰਦਰ ਜੀ, ਉਦੋਂ ਜਿਹੜੇ ਹਾਲਾਤ ਸੀਗੇ, ਉਦੋਂ ਵੱਖਰੀ ਤਰ੍ਹਾਂ ਦੇ ਹਾਲਾਤ ਸੀਗੇ। ਉਦੋਂ ਮੈਂ ਉਹੀ ਕਹਿ ਰਿਹਾ ਨਾ, ਉਦੋਂ ਲੋਕ ਇੰਨਾ ਅਵੇਅਰ ਨਹੀਂ ਸੀ ਹੋ ਸਕਦੇ। ਹੁਣ ਲੋਕ ਅਵੇਅਰ ਬਹੁਤ ਜ਼ਿਆਦਾ ਹੋਣਗੇ ਕਿਉਂਕਿ ਸੋਸ਼ਲ ਮੀਡੀਆ ਬੜੀ ਤੇਜ਼ੀ ਨਾਲ ਅਵੇਅਰ ਮੈਂ ਉਹੀ ਕਹਿਣਾ, ਥੋੜਾ ਜਿਹਾ ਇਹਨੂੰ ਸਮਝੋ ਕਿ ਉਸ ਵੇਲੇ ਜੇਪੀ ਮੂਵਮੈਂਟ ਚੱਲੀ, ਇਸ ਜਿਹੜੀ ਹੈਗੀ ਹੈ, ਜਦੋਂ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀਗੀਆਂ, ਤਾਨਾਸ਼ਾਹੀ ਕਾਨੂੰਨ ਬਣ ਰਹੇ ਸੀਗੇ ਔਰ ਐਮਰਜੈਂਸੀ, ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਐਮਰਜੈਂਸੀ ਨੇੜੇ ਆ ਰਹੀ ਹੈ, ਤਾਂ ਉਹਦੇ ਵਿੱਚੋਂ ਜੇਪੀ ਮੂਵਮੈਂਟ, ਵੱਡੀ ਮੂਵਮੈਂਟ, ਲੋਕਾਂ ਦਾ ਵਿਰੋਧ ਹੁੰਦਾ ਸੀਗਾ। ਉਸ ਵੇਲੇ ਜੇ 5 ਪੈਸੇ 10 ਪੈਸੇ ਪੈਟਰੋਲ ਔਰ ਡੀਜ਼ਲ ਦੇ ਵਾਧੇ ਸੀਗੇ, ਲੋਕ ਸੜਕਾਂ ਤੇ ਆਉਂਦੇ ਸੀਗੇ, ਵਿਰੋਧੀ ਧਿਰਾਂ ਸੜਕਾਂ ਤੇ ਆਉਂਦੀਆਂ ਸੀਗੀਆਂ। ਪਰ ਇਸ ਵੇਲੇ ਤੁਸੀਂ ਦੇਖੋਗੇ ਕਿ ਵਿਰੋਧੀ ਧਿਰ ਬਿਲਕੁਲ ਮਨਫੀ ਹੈ, ਜਿਹੜੀ ਮੈਂ ਗੱਲ ਕਰ ਰਿਹਾ, ਜਿਹਦਾ ਖਦਸ਼ਾ ਹੈ, ਜਿਹਦੇ ਕਰਕੇ ਇਹ ਚੀਜ਼ਾਂ ਸੰਭਵ ਹੋ ਸਕਦੀਆਂ ਨੇ। ਇਸ ਵੇਲੇ ਤੁਸੀਂ ਦੇਖੋਗੇ 100 ਰੁਪਏ ਤੋਂ ਵੱਧ ਰੇਟ ਜਿਹੜਾ ਹੈਗਾ ਪੈਟਰੋਲ ਡੀਜ਼ਲ ਦੇ ਚਲੇ ਗਏ ਨੇ, ਪਰ ਵਿਰੋਧੀ ਧਿਰਾਂ ਅੱਜ ਚੁੱਪ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ 'ਚ ਦਮ ਨਹੀਂ ਹੈ। ਸੋ ਇਸ ਕਰਕੇ ਇੱਕ ਵੱਡਾ ਖਦਸ਼ਾ ਮੈਨੂੰ ਇਹ ਲੱਗ ਰਿਹਾ ਹੈ ਕਿ ਜੇ ਉਹਨਾਂ ਨੂੰ ਲੱਗਦਾ ਹੈ ਕਿ ਵਿਰੋਧੀ ਧਿਰ ਤਾਂ ਕੁਝ ਕਰ ਨਹੀਂ ਰਹੀਆਂ, ਸੋ ਉਹਦੇ ਕਰਕੇ ਇਹ ਕਾਨੂੰਨ ਜਿਹੜੇ ਨੇ ਇਹ ਲਾਗੂ ਹੋ ਸਕਦੇ ਨੇ। ਮੈਂ ਤਾਂ ਕਰਕੇ ਗੱਲ ਕਹਿ ਰਿਹਾ, ਜਿਹੜਾ ਇਸ਼ਾਰਾ ਕਰ ਰਿਹਾ, ਕਿਉਂਕਿ ਉਸ ਵੇਲੇ ਵਿਰੋਧੀ ਧਿਰ ਸੀਗੀ ਕਾਂਗਰਸ, ਵੱਡੀ ਇਹੀ ਕਾਰਨ ਇਹ ਹੈ ਕਿ ਜੀਐਸਟੀ ਵਰਗੇ ਜਾਂ ਫਿਰ ਨੋਟਬੰਦੀ ਵਰਗੇ ਜਾਂ ਫਿਰ ਆਪਣੇ ਕਿਸਾਨ ਜਿਹੜੇ 3 ਨਵੇਂ ਖੇਤੀ ਕਾਨੂੰਨ ਆਇਆ, ਅਜਿਹੇ ਫੈਸਲੇ ਮੋਦੀ ਸਰਕਾਰ ਸਖਤੀ ਦੇ ਨਾਲ ਲਾਗੂ ਕਰਵਾ ਰਹੀ ਹੈ। ਇਹੀ ਕਾਰਨ ਹੈ ਕਿ ਵਿਰੋਧੀ ਧਿਰਾਂ ਸਟਰੋਂਗ ਨਹੀਂ ਹੈ। ਵਿਰੋਧੀ, ਹੁਣ ਆਪਾਂ ਰਾਹੁਲ ਗਾਂਧੀ ਦੀ ਜੇਕਰ ਗੱਲ ਕਰੀਏ ਤਾਂ ਜਦੋਂ ਰਾਹੁਲ ਗਾਂਧੀ 3 ਖੇਤੀ ਕਾਨੂੰਨਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਦੇ ਲਈ ਪੰਜਾਬ ਆਏ, ਟਰੈਕਟਰ ਮਾਰਚ ਕੀਤਾ, ਤਾਂ ਇੱਕ ਵਿਖਾਵਾ ਹੀ ਸੀ ਕਿਉਂਕਿ ਪੰਜਾਬ ਦੇ ਲੋਕ ਉਹਨਾਂ ਦਿਨਾਂ ਦੇ ਵਿੱਚ, ਪੰਜਾਬ ਦੇ ਕਿਸਾਨ ਤਾਂ ਇਹ ਗੱਲ ਕਹਿ ਰਹੇ ਸੀ ਕਿ ਚਲੋ ਭਾਈ ਆਪਾਂ ਦਿੱਲੀ ਚਲੀਏ, ਤਾਂ ਰਾਹੁਲ ਗਾਂਧੀ ਟਰੈਕਟਰ ਮਾਰਚ ਪੰਜਾਬ ਦੇ ਵਿੱਚ ਕਰਨ ਆਏ।
ਕਿ ਜੀ ਤੁਸੀਂ ਤੇ ਭਾਈ ਦਿੱਲੀ ਬੈਠੇ ਹੋ, ਤੁਸੀਂ ਦਿੱਲੀ ਤੁਹਾਡੇ ਉੱਤੇ MP ਰਵਨੀਤ ਸਿੰਘ ਬਿੱਟੂ ਹੋਣੀ ਹੋਰ ਪਰਾਂ ਦੀ ਵਿਖਾਵੇ ਨੂੰ ਬੈਠੇ ਨੇ ਉੱਤੇ, ਭਲਾ ਰਾਹੁਲ ਗਾਂਧੀ ਉਹਨਾਂ ਦੇ ਨਾਲ ਜਾ ਕੇ ਬੈਠਣ, ਸੋਨੀਆ ਗਾਂਧੀ ਉਹਨਾਂ ਦੇ ਨਾਲ ਜਾ ਕੇ ਬੈਠਣ, ਇੰਟਰਨੈਸ਼ਨਲ ਨਿਊਜ਼ ਬਣੇਗੀ, ਇੰਟਰਨੈਸ਼ਨਲ ਪੱਧਰ ਦਾ ਜਿਹੜਾ ਮੋਦੀ ਸਰਕਾਰ ਦੇ ਉੱਪਰ ਪ੍ਰੈਸ਼ਰ ਬਣੇਗਾ ਜੇਕਰ ਉਹ ਜਾ ਕੇ ਉੱਥੇ ਬਹਿੰਦੇ ਨੇ। ਪਰ ਨਹੀਂ, ਉਹ ਤਾਂ ਆਪਣੇ ਘਰਾਂ 'ਚ ਬੈਠੇ ਨੇ ਤੇ ਮੋਦੀ ਨੂੰ ਵੀ ਪਤਾ ਕਿ ਵਿਰੋਧੀ ਧਿਰ ਦਾ ਕੋਈ ਬਹੁਤਾ ਸਟਰੋਂਗ ਨਹੀਂ, ਲੋਕ ਕਿੰਨੇ ਕਿਤੇ ਲੜਨਗੇ, ਲੋਕ ਆਪਣੇ ਘਰਾਂ 'ਚ ਮੁੜ ਜਾਣਗੇ। ਜੀ, ਮੈਂ ਇਹੀ ਗੱਲ ਕਹਿ ਰਿਹਾ ਕਿ ਇਸ ਵਿਰੋਧੀ ਧਿਰ ਦਾ ਨਾ ਹੋਣ ਦਾ ਫਾਇਦਾ ਮੋਦੀ ਸਰਕਾਰ ਚੁੱਕ ਸਕਦੀ ਹੈ। ਔਰ ਇਸੇ ਤਰ੍ਹਾਂ ਜਿਵੇਂ ਯੂਪੀ ਦੇ ਵਿੱਚ ਜਿਹੜਾ ਹੈਗਾ ਉਹ ਲਾਉਣ ਦੀ ਕੋਸ਼ਿਸ਼ ਕਰਨਗੇ, ਇਸ ਸਾਰੇ ਕਾਨੂੰਨ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨਗੇ। ਜੇ ਉੱਥੇ ਲਾਗੂ ਹੋ ਜਾਂਦਾ ਹੈ ਤਾਂ ਲਾਜ਼ਮੀ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਨੂੰਨ ਜਿਹੜੇ ਇਸ ਕਿਸਮ ਦੇ ਕਾਨੂੰਨ, ਤਾਨਾਸ਼ਾਹੀ ਵਾਲੇ ਕਾਨੂੰਨ, ਕੇਂਦਰ ਸਰਕਾਰ ਵੀ ਲੈ ਕੇ ਆ ਸਕਦੀ ਹੈ, ਕਿਉਂਕਿ ਉਹੀ ਜਿਹੜੀ ਹੈਗੀ ਹੈ ਵਿਚਾਰਧਾਰਾ ਦੋਵਾਂ ਦੀ ਲਗਭਗ ਇੱਕੋ ਹੀ ਹੈ। ਕੋਈ ਬਹੁਤਾ ਉਹਦੇ 'ਚ ਆਪਾਂ ਕਹਿ ਨਹੀਂ ਸਕਦੇ ਕਿ ਯੂਪੀ ਵਾਲੇ ਮੁੱਖ ਮੰਤਰੀ ਔਰ ਮੋਦੀ ਸਾਹਿਬ ਦੀ ਕੋਈ ਵਿਚਾਰਧਾਰਾ, ਕੋਈ ਵੱਖਰੀ ਵਿਚਾਰਧਾਰਾ ਹੈ। ਸੇਮ ਵਿਚਾਰਧਾਰਾ ਹੈ, ਸੇਮ ਸਾਰੇ ਜਿਹੜੇ ਨੇ ਸੋਚ ਹੈ, ਕਾਨੂੰਨ ਇੱਕੋ ਤਰ੍ਹਾਂ ਦੇ ਲਾਗੂ ਕਰਨ ਦੀ ਜਿਹੜੀ ਹੈਗੀ ਹੈ ਦੋਨਾਂ ਦੇ ਵਿੱਚ ਇੱਛਾ ਹੈ। ਸੋ ਇਸ ਕਰਕੇ ਸੰਭਾਵਨਾਵਾਂ ਇੱਧਰ ਜ਼ਿਆਦਾ ਮੈਨੂੰ ਲੱਗ ਰਹੀਆਂ ਨੇ ਸੁਖਵਿੰਦਰ ਜੀ। ਬਿਲਕੁਲ। ਤਾਂ ਡਾਕਟਰ ਸਾਹਿਬ, ਤੁਸੀਂ ਮੇਰੇ ਨਾਲ ਜੁੜੇ ਇਸ ਪ੍ਰੋਗਰਾਮ ਦੇ ਵਿੱਚ ਅਹਿਮ ਮੁੱਦੇ ਤੇ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਰਾਜਸਥਾਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਯੂਪੀ ਸਰਕਾਰ ਦੇ ਵੱਲੋਂ ਲਏ ਗਏ ਇਸ ਫੈਸਲੇ ਦੇ ਉੱਪਰ ਸਾਡੇ ਨਾਲ ਵਿਸਥਾਰਪੂਰਵਕ ਚਰਚਾ ਕੀਤੀ ਹੈ। ਇਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਦੱਸਿਆ ਕਿ ਕਾਂਗਰਸ ਸਰਕਾਰ ਦੇ ਵੱਲੋਂ ਸੰਜੇ ਗਾਂਧੀ ਦੇ ਵੱਲੋਂ ਵੀ ਇੱਕ ਅਜਿਹਾ ਨਸਬੰਦੀ ਦਾ ਫੈਸਲਾ ਕੀਤਾ ਗਿਆ ਸੀਗਾ। ਲੋਕਾਂ ਦੇ ਧੱਕੇ ਨਾਲ ਜਿਹੜੀ ਨਸਬੰਦੀ ਕਰਾਉਣ ਦੀ ਗੱਲ ਕਹੀ ਜਾ ਰਹੀ ਸੀ ਤੇ ਕੀਤੀ ਵੀ ਜਾ ਰਹੀ ਸੀ ਨਸਬੰਦੀ ਧੱਕੇ ਦੇ ਨਾਲ, ਤਾਂ ਉਦੋਂ ਹਾਲਾਤ ਜਿਹੜੇ ਬਹੁਤ ਜ਼ਿਆਦਾ ਖਰਾਬ ਹੋ ਗਏ ਸੀਗੇ। ਤਾਂ ਹੁਣ ਵੀ ਹੋ ਸਕਦਾ ਕਿ ਅਜਿਹੇ ਹਾਲਾਤ ਬਣ ਸਕਣ, ਕਿਉਂਕਿ ਲੋਕ ਵਿਰੋਧ ਕਰ ਸਕਦੇ ਆ ਇਸ ਮਸਲੇ ਦੇ ਉੱਪਰ। ਉਦੋਂ ਵੀ ਖਮਿਆਜਾ ਜਿਹੜਾ ਭੁਗਤਣਾ ਪਿਆ ਸੀਗਾ ਕਾਂਗਰਸ ਸਰਕਾਰ ਨੂੰ, ਜਦੋਂ ਸੰਜੇ ਗਾਂਧੀ ਨੇ ਇਹ ਫੈਸਲਾ ਲਿਆ। ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਸੱਤਾ ਦੇ ਵਿੱਚੋਂ ਕਰਾਰੀ ਹਾਰ ਦੇ ਹੋਣ ਦੇ ਕਾਰਨ ਸੱਤਾ ਦੇ ਵਿੱਚੋਂ ਬਾਹਰ ਜਾਣਾ ਪਿਆ। ਤਾਂ ਹੁਣ ਵੀ ਇੱਕ ਪਾਸੇ ਤਾਂ ਕਿਸਾਨ ਅੰਦੋਲਨ ਜਿਹੜਾ ਹੈਗਾ ਉਹਦੇ ਕਰਕੇ ਬੀਜੇਪੀ ਦੇ ਸਰਕਾਰ ਦੇ ਖਿਲਾਫ ਬੜੇ ਵੱਡੇ ਪੱਧਰ ਤੇ ਲੋਕਾਂ ਦੇ ਵਿੱਚ ਰੋਹ ਹੈ, ਤੇ ਖਾਸ ਕਰਕੇ ਯੂਪੀ ਦੇ ਵਿੱਚ ਵੀ ਬੜੇ ਵੱਡੇ ਪੱਧਰ ਤੇ ਕਿਸਾਨ ਅੰਦੋਲਨ ਦੇ ਕਰਕੇ ਵਿਰੋਧ ਹੈ। ਕੋਈ GST ਕਰਕੇ ਵਿਦਰੋਹ ਕਰ ਰਹੇ ਆ, ਕੋਈ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਕਰਕੇ ਵਿਰੋਧ ਪ੍ਰਦਰਸ਼ਨ ਮੋਦੀ ਸਰਕਾਰ ਦੇ ਖਿਲਾਫ ਚੱਲ ਰਿਹਾ ਹੈ। ਤੇ ਉੱਪਰੋਂ ਯੋਗੀ ਸਰਕਾਰ ਨੇ, ਬੀਜੇਪੀ ਦੇ ਯੋਗੀ ਸਰਕਾਰ ਨੇ ਉੱਪਰੋਂ ਇਹ ਫੈਸਲਾ ਕਰਕੇ ਮੁਸੀਬਤ ਹੋਰ ਮੁੱਲ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਦੇਖਣ ਵਾਲੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਜੇਕਰ ਇਹ ਉੱਥੇ ਵਿਰੋਧ ਪ੍ਰਦਰਸ਼ਨ ਚੰਗੇ ਤਰੀਕੇ ਦੇ ਨਾਲ ਲੋਕ ਕਰ ਸਕੇ, ਤਾਂ ਉਹਨਾਂ ਨੂੰ ਇਦਾਂ ਲੱਗਿਆ ਕਿ ਲੋਕਾਂ ਨੇ ਐਕਸੈਪਟ ਜਿਹੜਾ ਕਰ ਲਿਆ ਤਾਂ ਪੂਰੇ ਦੇਸ਼ ਦੇ ਵਿੱਚ ਵੀ ਲਾਗੂ ਕਰ ਸਕਦਾ ਹੈ। ਪਰ ਜੇਕਰ ਉੱਥੇ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਹੋਏ ਤਾਂ ਯੋਗੀ ਸਰਕਾਰ ਨੂੰ ਲੱਗਿਆ ਕਿ ਭਾਈ ਜਿਸ ਤਰੀਕੇ ਨਾਲ ਚੋਣਾਂ ਸਿੱਤੇ ਨੇ ਤਾਂ ਸਾਨੂੰ ਇਹਦਾ ਖਮਿਆਜਾ ਭੁਗਤਣਾ ਪੈ ਸਕਦਾ, ਕਿਸਾਨ ਅੰਦੋਲਨ ਦਾ ਖਮਿਆਜਾ ਭੁਗਤਣਾ ਪੈ ਸਕਦਾ, ਤੇ ਇਹਦੇ ਨਾਲ ਤਾਂ ਹੋਰ ਵੀ ਜ਼ਿਆਦਾ ਖਮਿਆਜਾ ਭੁਗਤਣਾ ਪਏਗਾ। ਤਾਂ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯੋਗੀ ਸਰਕਾਰ ਦੇ ਵੱਲੋਂ ਇਹ ਫੈਸਲੇ ਵਾਪਸ ਲੈ ਲਏ ਜਾਣ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਲੋਕ ਉੱਥੇ ਦੇ ਕਿੰਨਾ ਕੁ ਵਿਰੋਧ ਕਰਦੇ ਆ। ਜੇਕਰ ਉਹ ਵਿਰੋਧ ਕਰਦੇ ਨੇ ਤਾਂ ਠੀਕ ਹੈ, ਵਾਪਸ ਹੋ ਜਾਣਗੇ, ਤੇ ਜੇਕਰ ਨਹੀਂ ਵਿਰੋਧ ਕਰਦੇ ਤਾਂ ਡਾਕਟਰ ਸਾਹਿਬ ਦੇ ਕਹਿਣ ਦੇ ਅਨੁਸਾਰ ਤਾਂ ਪੂਰੇ ਦੇਸ਼ ਦੇ ਵਿੱਚ ਵੀ ਇਹ ਜਿਹੜਾ ਕਾਨੂੰਨ ਲੋਕਾਂ ਦੇ ਉੱਪਰ ਥੋਪਿਆ ਜਾ ਸਕਦਾ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ, ਧੰਨਵਾਦ।